ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਰੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 23ਵਾਂ। चौपई महाभारत रामायण आदि अंग्रेजी में रच अनुवाद। तो क्या इसते ये सिद्ध होया वह अंग्रेज भगत तिन होआ, ताते ऐसे ही गुर किया कौतक हेत तर्जमा थिया। इसमें क्या श्रद्धा की गाथा देखो सोच हृदय के साथा। भाव उन्हां समयां दे विच युद्ध ਕਰਨ ਵੇਲੇ ਬਹਾਦਰਾਂ ਦੀਆਂ ਵਾਰਾਂ ਅਤੇ ਜੰਗਨਾਮੇ ਸੁਣਾਏ ਜਾਂਦੇ ਸਨ, ਜਿਨ੍ਹਾਂ ਨੂੰ ਪੜ੍ਹ ਕੇ ਕਾਇਰਾਂ ਦੇ ਦਿਲਾਂ ਵਿੱਚ ਵੀ ਜੰਗ ਦਾ ਉਤਸ਼ਾਹ ਪੈਦਾ ਹੋ ਜਾਂਦਾ ਸੀ। ਇਸ ਵਾਸਤੇ 10ਵੇਂ ਪਾਤਸ਼ਾਹ ਜੀ ਨੇ 52 ਕਵੀ ਆਪਣੇ ਪਾਸ ਰੱਖ ਕੇ ਉਹਨਾਂ ਦੇ ਮਹਾਭਾਰਤ ਰਾਮਾਇਣ ਅਤੇ ਚੰਡੀ ਆਦਿਕ ਕਈ ਵੀਰ ਰਸ ਵਾਲੇ ਗ੍ਰੰਥਾਂ ਦੇ ਤਰਜਮੇ ਕਰਾਏ ਸਨ, ਜਿਸ ਤੇ ਸਿੱਧ ਨਹੀਂ ਹੁੰਦਾ ਕਿ ਗੁਰੂ ਜੀ ਉਹਨਾਂ ਨੂੰ ਆਪਣਾ ਇਸ਼ਟ ਸਮਝਦੇ ਸੀ, किंतु केवल जंग मई बाणी उत्साह दायक जानते से और ख्याल करते सन कि ये जंगनामे पढ़ के लोकां दे दिलां दी कायरता दूर हो के सूरबीरता विच प्रवेश कर जाएगी। जैसा दसम स्कंद दे अंत विच गुरु जी ने कथन किया है, यथा दसम कथा भगावत की भाखा करी बनाए और वासना ना कछ धर्म युद्ध के चाहे। इस वास्ते देवी दे जंग अर राम कृष्ण आदि दे युद्ध रचन ते गुरु जी दा होर मनोरथ कोई नहीं सा, केवल धर्म युद्ध विच शूरबीरां दे चित्तां नूं उमंग देना ही सा। परंतु अपना सिद्धांत अपने पहले पातशाह वाला ही सा। दोहरा दुर्गा पूजन करन दा इस विच रंचना भाव कौतुक कथा नमित यह सी मन को प्रचाव। ताते इस ख्याल नूं देई मनो विसार श्री सतगुरु जी करत थे दुर्गा साथ प्यार। उल्टा इसका करत थे खंडन भले बनाए, जगत जीव के बंध सब तोड़े जिन जग आए। दुर्गा भगत। दोहरा किस जगह पर खंडिया पूजन देवी देव, सो प्रगट कर दसिए जो सगरा है भेव। बातां साधां सिद्ध कुछ चाहिए देन प्रमाण, मैं भी पढ़िया ग्रंथ सब नाही हाँ अनजान। छाती साथ ना ढाइए कंध सुनो हे मीत, बिना सत मुख बगन को कहते सुखी अनीत। सारे 10वें ग्रंथ में दुर्गा है भरपूर, तिसका खंडन जो करे मोह बकता सब वो बकता सब कूर। तत खालसा। दोहरा मैं तां बहुत सुनाया कढ़ के सबो निचोड़, पर तैं मन्नी एक ना डाढ़ा अहें अमोड़। चौपई सुनो मीत नीके मन लाई, मैं सब बात खोल समझाई। पहले सारे गुरु बिलास जो रखते सन दुर्गा आस, कर संखेप उन्हां दा गाया आपस विच विरोध दिखाया। फिरे भी मैं दसी गल विच उन्हां दे बहुत जटाल, मनन जोग नहीं हन ओ करन धर्म दा उल्टा दो। जो अज्ञान उन्हां ते पहारे सो हिरदे दे विच करारे, सोई गुर मैं तनो अरूपे हृदय नैन मीटे दे खोपे। अपना दोख ना तिन ने जाना, उल्टा गुर पर दोष लगाना। जैसे नेत्र दोख ना लह दोए तंद नाभ भीतर कह, तैसे अपने मन का दोख गुरजी पर लायो जिन सोख। जाद तिनका खंडन मैं कीना, तब तैं और सहारा लीना। दसम ग्रंथ की लैकर ओट, करी मोह पर भारी चोट।
ਜਿਸ ਦਾ ਮੈਂ ਫਿਰ ਤਤ ਬਤਾ ਕੇ ਭਿਆ ਸੁਖੀ ਤਬ ਆਪ ਬਚਾ ਕੇ। ਹੁਣ ਤਾਂ ਕਹੀ ਹੋਰ ਇੱਕ ਬਾਤ ਖੰਡਨ ਨਾ ਗੁਰੂ ਗ੍ਰੰਥ ਬਤਾਤ। ਸੋ ਵੀ ਮੈਂ ਅਬ ਧਰ ਗੁਰ ਟੇਕ ਭਾਖਤ ਸਗਰਾ ਤੁਝੇ ਵਿਵੇਕ। ਦਸਮ ਗ੍ਰੰਥ ਪ੍ਰਮਾਣ ਸੁਨਾਉ ਬਹੁਰ ਯਾਦ ਕੇ ਨੀਕੇ ਗਾਉ। ਜਾਂਤੇ ਸ਼ੰਕਾ ਰਹੇ ਨ ਤੋਰੀ ਸਿੱਧ ਬਾਦ ਹੋ ਜਾਵਤ ਮੋਰੀ। ਬਹੁਰ ਗੁਰੂ ਕੇ ਚਰਤ ਸੁਨਾਉ ਭਗਤਨ ਹਾਲ ਬਹੁਰ ਸਮਝਾਉ। ਔਰ ਯੁਕਤ ਉਕਤੀ ਕੇ ਸੰਗ ਤੁਮਰੋ ਭਰਮ ਕਰੋ ਅਤ ਭੰਗ। ਦਸਮ ਗ੍ਰੰਥ ਵਿੱਚ ਦੇਵੀ ਦੇਵਤੇ ਪੂਜਨ ਦਾ ਖੰਡਨ। ਦੋਹਰਾ। ਪਹਿਲੇ ਦਸਮ ਗ੍ਰੰਥ ਮੈਂ ਖੰਡਨ ਗੁਰ ਨੇ ਕੀਨ ਬਿਨ ਅਕਾਲ ਤੇ ਦੂਸਰੋ ਪੂਜੇ ਸਿੰਘ ਕਬੀਨ। ਯਥਾ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਅਨਹਦ ਰੂਪ ਅਨਾਹਦ ਬਾਣੀ ਚਰਨ ਸ਼ਰਨ ਜੇ ਬਸਨ ਬਸਤ ਭਵਾਨੀ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ ਨੇਦ ਨੇਦ ਮੁਖ ਚਾਰ ਬਤਾਇਓ। ਇਸ ਪਵਿੱਤਰ ਬਾਣੀ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਉਸ ਮਹਾਨ ਅਕਾਲ ਪੁਰਖ ਦੀ ਮਹਿਮਾ ਦਾ ਵਰਣਨ ਕਰਕੇ ਉਸ ਦੀ ਕ੍ਰਿਤਮ ਵਸਤੂਆਂ ਨੂੰ ਤੁੱਛ ਵਰਣਨ ਕੀਤਾ ਹੈ। ਜੈਸਾ ਕਿ ਇਸ ਮੁੱਖ ਵਾਕ ਤੇ ਪ੍ਰਗਟ ਹੁੰਦਾ ਹੈ ਕਿ ਉਸ ਪਰਮਾਤਮਾ ਦਾ ਸਰੂਪ ਬੇਅੰਤ ਹੈ ਅਤੇ ਇਸੀ ਪ੍ਰਕਾਰ ਉਸ ਦੀ ਬਾਣੀ ਅਰਥਾਤ ਆਗਿਆ ਵੀ ਅਨੰਤ ਹੈ। ਪਰੰਤੂ ਉਹ ਐਸਾ ਮਹਾਨ ਹੈ ਜੋ ਦੇਵੀ ਬ੍ਰਹਮਾ ਅਤੇ ਵਿਸ਼ਨੂੰ ਆਦਿਕ ਜਿਤਨੇ ਜੀਵ ਹਨ ਜਿਨ੍ਹਾਂ ਨੂੰ ਲੋਕ ਈਸ਼ਵਰ ਬੁੱਧ ਕਰਕੇ ਪੂਜਦੇ ਹਨ, ਉਹ ਸਾਰੇ ਉਸ ਮਹਾਨ ਪਰਮੇਸ਼ਰ ਦੇ ਚਰਨਾਂ ਦੇ ਅਧੀਨ ਬਸਣੇ ਵਾਲੇ ਇੱਕ ਤੁੱਛ ਜੀਵ ਹਨ, ਜਿਸ ਤੇ ਉਹਨਾਂ ਨੂੰ ਉਸ ਦੇ ਸਰੂਪ ਦਾ ਰੰਚਕ ਮਾਤਰ ਵੀ ਗਿਆਨ ਨਹੀਂ ਹੈ। ਇਸੀ ਤੇ ਹਾਰ ਕੇ ਉਹਨਾਂ ਨੇ ਉਸ ਨੂੰ ਨੇਦ ਕਥਨ ਕੀਤਾ ਹੈ। ਇਸ ਸ੍ਰੀ ਮੁਖ ਵਾਕ ਤੇ ਜਾਣਿਆ ਜਾਂਦਾ ਹੈ ਕਿ ਜਦ ਗੁਰੂ ਜੀ ਮਹਾਰਾਜ ਉਸ ਦੇਵੀ ਨੂੰ ਜਿਸ ਨੂੰ ਲੋਕ ਸਰਬ ਸ਼ਕਤ ਮੰਨਦੇ ਪੂਜਦੇ ਸਨ, ਕੁਛ ਸਮਰਥਾਵਾਨ ਜਾਂ ਪੂਜਨ ਯੋਗ ਸਮਝਦੇ ਸਨ, ਤਦ ਇਸ ਤਰ੍ਹਾਂ ਦਾ ਬਚਨ ਨਾ ਉਚਾਰਨ ਕਰਦੇ ਕਿ ਉਸ ਦੇ ਚਰਨਾਂ ਵਿੱਚ ਕਈ ਦੇਵੀ ਬ੍ਰਹਮਾ ਅਤੇ ਵਿਸ਼ਨੂੰ ਜੈਸੇ ਪਏ ਹਨ। ਉਹਨਾਂ ਸ਼੍ਰੀ ਮੁਖ ਵਾਕ ਜੇ ਕੋਟ ਇੰਦਰ ਨਿਰਪਾਰ ਕਈ ਬ੍ਰਹਮ ਵਿਸ਼ਨ ਵਿਚਾਰ ਕਈ ਰਾਮ ਕ੍ਰਿਸ਼ਨ ਰਸੂਲ ਬੇਨ ਭਗਤ ਕੋ ਨਾ ਕਬੂਲ ਕਈ ਸਿੰਧ ਬਿੰਦ ਨਰਿੰਦਰ ਕਈ ਕਾਛ ਮਾਛ ਫਨਿੰਦਰ ਕਈ ਦੇਵ ਆਦ ਕੁਆਰ ਕਈ ਕ੍ਰਿਸ਼ਨ ਵਿਸ਼ਨ ਅਵਤਾਰ। ਇਸ ਸ੍ਰੀ ਮੁਖ ਵਾਕ ਤੇ ਪ੍ਰਗਟ ਹੁੰਦਾ ਹੈ ਕਿ ਉਸ ਪਰਮਾਤਮਾ ਦੇ ਮਹਾਨ ਸਰੂਪ ਵਿੱਚ ਕਈ ਕਰੋੜਾਂ ਇੰਦਰ ਜੈਸੇ ਰਾਜੇ ਮਹਾਰਾਜੇ ਅਤੇ ਕਈ ਬ੍ਰਹਮਾ ਵਿਸ਼ਨ ਵਰਗੇ ਦੇਵਤੇ ਇਸੀ ਪ੍ਰਕਾਰ ਕਈ ਰਾਮ ਕ੍ਰਿਸ਼ਨ ਅਤੇ ਮੁਹੰਮਦ ਸਾਹਿਬ ਵਰਗੇ ਅਵਤਾਰ ਪੈਦਾ ਹੋਏ ਔਰ ਮਰ ਗਏ, ਕਿੰਤੂ ਉਸ ਦੀ ਦਰਗਾਹ ਵਿੱਚ ਕਿਸੇ ਦੀ ਪੇਸ਼ ਨਹੀਂ ਜਾਂਦੀ ਔਰ ਉਸ ਦੀ ਭਗਤੀ ਤੇ ਬਿਨਾ ਆਪਣੇ ਘਮੰਡ ਨਾਲ ਕੋਈ ਵੀ ਉੱਥੇ ਆਦਰ ਨਹੀਂ ਪਾਉਂਦਾ। ਇਸੇ ਤਰ੍ਹਾਂ ਕਈ ਆਦ ਕੁਆਰੀਆਂ ਦੇਵੀਆਂ ਕਹਾਉਂਦੀਆਂ ਹਨ ਜੋ ਉਸ ਅਕਾਲ ਪੁਰਖ ਦੇ ਸਾਹਮਣੇ ਕੋਈ ਆਦਰ ਦੇ ਯੋਗ ਨਹੀਂ ਹਨ, ਕਿੰਤੂ ਉਹ ਸਭ ਤੇ ਮਹਾਨ ਅਤੇ ਭਗਤੀ ਪਰ ਪ੍ਰਸੰਨ ਹੁੰਦਾ ਹੈ, ਜਿਸ ਦੇ ਕੋਈ ਦੇਵੀ ਦੇਵਤਾ ਦੇ ਅਵਤਾਰ ਉਸ ਦੇ ਸਾਹਮਣੇ ਦਮ ਨਹੀਂ ਮਾਰ ਸਕਦਾ। ਪੁੰਨਿਆ ਸ਼੍ਰੀ ਮੁਖ ਵਾਕ ਛਪੈ ਛੰਦ। ਵੇਦ ਭੇਦ ਨਹੀਂ ਲਖੈ ਬ੍ਰਹਮਾ ਨਹੀਂ ਬੁਝੇ ਬਿਆਸ ਪਰਾਸੁਰ ਸੁਖ ਸਨਾਦ ਸ਼ਿਵ ਅੰਤ ਨ ਸੁਝੇ ਸਨਤ ਕੁਵਾਰ ਸਨਕਾਦ ਸਰਬ ਜਉ ਸਮਾਨ ਪਾਵੈ ਲਖ ਲਖਮੀ ਲਖ ਬਿਸ਼ਨ ਕਿਸ਼ਨ ਕਈ ਨੇਤ ਬਤਾਵੈ ਅਸੁੰਭ ਰੂਪ ਅਨ ਭੈ ਪ੍ਰਭਾ ਆਤ ਬਲਿਸ਼ਟ ਜਲ ਥਲ ਕਰਨ ਅਚੁੱਤ ਅਨੰਤ ਅਦਰੈ ਅਮਿਤ ਨਾਥ ਨਰੰਜਨ ਤਵ ਸ਼ਰਨ। ਇਸ ਵਾਕ ਵਿੱਚ ਜੋ ਲੋਕ ਵੇਦਾਂ ਨੂੰ ਈਸ਼ਵਰ ਦਾ ਗਿਆਨ ਆਖਦੇ ਹਨ ਔਰ ਇਹ ਖਿਆਲ ਕਰਦੇ ਹਨ ਕਿ ਇਹਨਾਂ ਦੇ ਪੜ੍ਹਨੇ ਤੇ ਉਸ ਦੀ ਪ੍ਰਾਪਤੀ ਹੁੰਦੀ ਹੈ, ਉਸ ਦਾ ਖੰਡਨ ਕੀਤਾ ਹੈ ਕਿ ਵੇਦ ਉਸ ਪਰਮਾਤਮਾ ਨੂੰ ਨਹੀਂ ਸੱਦ ਸਕਦੇ। ਇਸੇ ਪ੍ਰਕਾਰ ਬ੍ਰਹਮਾ ਵੀ ਉਸ ਪਾਰ ਬ੍ਰਹਮ ਦਾ ਭੇਦ ਨਹੀਂ ਜਾਣ ਸਕਦਾ। ਫਿਰ ਬਿਆਸ ਪਾਰਾਸਰ
ਅਤੇ ਸੁਖਦੇਵ ਜੈਸੇ ਮਨੀਸ਼ਵਰ ਉਸ ਦਾ ਗਿਆਨ ਨਹੀਂ ਪਾ ਸਕਦੇ ਕਿ ਉਹ ਕੈਸਾ ਹੈ। ਫਿਰ ਜਿਸ ਦੇ ਸਰੂਪ ਨੂੰ ਲੱਖਾਂ ਵਿਸ਼ਨੂੰ ਔਰ ਲੱਖਾਂ ਹੀ ਲਖਮੀਆਂ ਅਰਥਾਤ ਦੇਵੀਆਂ ਆਪਣੇ ਅਨੁਭਵ ਤੋਂ ਅਨੰਤ ਪ੍ਰਕਾਰ ਕਹਿਰ ਗਈਆਂ ਹਨ, ਫਿਰ ਜਿਸ ਦੇ ਸਰੂਪ ਨੂੰ ਲੱਖਾਂ ਵਿਸ਼ਨੂੰ ਅਰ ਲੱਖਾਂ ਹੀ ਲਖਮੀਆਂ ਅਰਥਾਤ ਦੇਵੀਆਂ ਆਪਣੇ ਅਨੁਭਵ ਤੋਂ ਪ੍ਰਕਾਰ ਕੇ ਰਹਿ ਗਈਆਂ ਹਨ, ਇਸੀ ਤੇ ਉਹ ਸਵੰਭੂ ਅਰਥਾਤ ਸੁਤੰਤਰ ਅਤੇ ਨਿਰਭੈ ਸਰੂਪ ਹੈ, ਜਿਸ ਦਾ ਕੋਈ ਅੰਤ ਨਹੀਂ ਪਾਏ ਸਕਦਾ, ਕਿੰਤੂ ਉਹ ਸਭ ਤੇ ਸਮਰੱਥਾਵਾਨ ਹੈ, ਜੋ ਜਲ ਥਲ ਆਦਿਕ ਬ੍ਰਹਮੰਡਾਂ ਦਾ ਕਰਤਾ ਹੈ। ਇਸ ਵਾਸਤੇ ਇਹ ਅਮਰ ਰੂਪ ਸਰਬ ਦੇ ਨਾਥ ਪਰਮਾਤਮਾ ਮੈਂ ਕੇਵਲ ਆਪ ਦੀ ਹੀ ਸ਼ਰਨ ਹਾਂ। ਆਪ ਤੇ ਭਿੰਨ ਮੈਂ ਕਿਸੇ ਦਾ ਆਰਾਧਕ ਨਹੀਂ ਹਾਂ। ਇਹਨਾਂ ਸ਼੍ਰੀ ਮੁਖ ਵਾਕਾਂ ਤੇ ਅੱਛੀ ਤਰ੍ਹਾਂ ਨਾਲ ਸਿੱਧ ਹੁੰਦਾ ਹੈ ਕਿ ਜੋ 10ਵੇਂ ਪਾਤਸ਼ਾਹ ਜੀ ਦਾ ਨਿਸ਼ਚਾ ਅਕਾਲ ਪੁਰਖ ਦੇ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਅਤੇ ਅਵਤਾਰ ਆਦਿਕ ਪਰ ਨਹੀਂ ਸਾ। ਬਹੁਤ ਸਾਰੇ ਪੁਰਸ਼ ਇਸ ਪਰ ਇਹ ਯੁਕਤੀ ਦਿੰਦੇ ਹਨ ਕਿ ਤੁਰਕਾਂ ਦੇ ਨਾਲ ਜੰਗ ਕਰਨ ਵਾਸਤੇ ਗੁਰੂ ਜੀ ਨੇ ਦੇਵੀ ਨੂੰ ਆਰਾਧਿਆ ਸੀ ਔਰ ਉਸ ਤੇ ਬਲ ਲੀਤਾ ਸਾ, ਪਰੰਤੂ ਉਹਨਾਂ ਲੋਕਾਂ ਦਾ ਇਹ ਕਥਨ ਵੀ ਕਪੋਲ ਕਲਪਨਾ ਹੈ, ਕਿਉਂਕਿ ਜਦ ਅਸੀਂ ਗੁਰੂ ਜੀ ਦੀ ਉਹ ਬਾਣੀ ਜੋ ਕਿਸੇ ਪੁਸਤਕ ਦਾ ਤਰਜਮਾ ਨਹੀਂ ਹੈ ਕਿੰਤੂ ਕੇਵਲ ਸ਼੍ਰੀ ਮੁਖ ਵਾਕ ਹੈ ਪੜ੍ਹਦੇ ਹਾਂ, ਤਾਂ ਉਸ ਵਿੱਚ ਕਦੇ ਵੀ ਕਿਸੇ ਕ੍ਰਿਤਮ ਪਦਾਰਥ ਦਾ ਆਰਾਧਨ ਜਾਂ ਉਸ ਤੋਂ ਵਰ ਮੰਗਣ ਦਾ ਕਥਨ ਨਹੀਂ ਪਾਉਂਦੇ। ਜਿਸ ਪਰ ਅਕਾਲ ਪੁਰਖ ਨੂੰ ਹੀ ਸਰਬ ਪ੍ਰਕਾਰ ਸਮਰੱਥ ਜਾਣ ਕੇ ਉਸ ਤੋਂ ਹੀ ਵਰ ਮੰਗਿਆ ਹੈ। ਯਥਾ ਸ਼੍ਰੀ ਮੁਖ ਵਾਕ ਚਉਪਈ। ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਏਕ ਚਿਤ ਜਿਨ ਇਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਪੁਨः ਤਵੈ ਪ੍ਰਸਾਦ ਭੁਜੰਗ ਪ੍ਰਾਯਾਤ ਛੰਦ। ਨਮੋ ਨਾਥ ਪੂਰੇ ਸਦਾ ਸਿੱਧ ਕਰਮੰ, ਅਛੇਦੀ ਅਭੇਦੀ ਸਦਾ ਏਕ ਧਰਮੰ, ਕਲੰਕੰ ਬਿਨਾ ਨਹਿ ਕਲੰਕੀ ਸਰੂਪੇ, ਅਛੇਦੰ ਅਭੇਦੰ ਅਖੇਦੀ ਅਨੂਪੇ। ਪੁਨः ਤਵੈ ਪ੍ਰਸਾਦ ਕਬਿਤ। ਜੁੱਧ ਕੇ ਜਿਤਈਆ, ਰੰਗ ਭੂਮ ਕੇ ਭਵਈਆ, ਭਾਰ ਭੂਮ ਕੇ ਮਿਟਈਆ, ਨਾਭ तीनों लोक नाथ तीनों लोक गैया, काहू के तनैया है ना मैया, जाके पहिया को छौनी हूँ के छैया, छोड़ कासो प्रीत लाइए। साधना से दैया धूल तहनी के तुझैया, धूम धाम के तरैया, ध्यान ताको सदा लाइए। औ के बडैया एक नाम के जपैया, और काम के करैया, छोड़ और कौन ध्याइए। काम के कुनिंदा खैर खूबी को दहिंदा, गाज गाजी को गजिंदा, सो कुनिंदा कह बताइए। दाम के दलिंदा कहो कहाम के बचिंदा, छत्र छोनी के छलिंदा, मोह दहिंदा कह मनाइए। जग को दहिंदा जान मान को जनिंदा, जोत जेब को गजिंदा, जन मान जानी गाइए। दोख को चलिंदा दीन दानश दहिंदा, दोख दुर्जन दलिंदा, ध्याए दूजा कहुन ध्याइए। सालस सहिंदा सिद्ध ताई को सिधिंदा, अंग अंग मैं अविंदा, एक एको नाथ जानिए। कालख कटिंदा खुरासान को सुनिंदा, गर्भ गाफल गलिंदा, गोल गंजख बखानिए। गालब गहिंदा जीत तेज को दहिंदा, चित्र चाम के चलेंदा, छोड़ और कौन आयनिए। सत तन दहिंदा सत ताई को सिखंदा, कर्म काम को कनिंदा, छोड़ दूजे कौन मानिए। इन्हां श्री मुख वाकां दे प्रगट हुंदा है कि गुरु जी महाराज सब ते समर्थावान अकाल पुरख नूं ही जाणदे सन और उसे दा आराधन करते सन। जैसा कि सब सृष्टि का करता
ਹਰਤਾ ਅਤੇ ਸਾਰੇ ਰੋਗ ਸੋਗਾਂ ਦੇ ਦੂਰ ਕਰਨੇ ਹਾਰਾ ਪ੍ਰਮਾਤਮਾ ਨੂੰ ਹੀ ਮੰਨ ਕੇ ਕਥਨ ਕੀਤਾ ਹੈ ਕਿ ਜਿਸ ਪੁਰਖ ਨੇ ਸਾਨੂੰ ਇੱਕ ਚਿੱਤ ਹੋ ਕੇ ਇੱਕ ਛਿਨ ਵੀ ਆਰਾਧਨ ਕੀਤਾ ਹੈ ਸੋ ਕਾਲ ਦੀ ਫਾਹੀ ਵਿੱਚ ਨਹੀਂ ਆਉਂਦਾ, ਔਰ ਉਸ ਦੇ ਲਖਣ ਸਰੂਪ ਸੰਪੂਰਨ ਸਿੱਧੀਆਂ ਦਾ ਕਰਤਾ ਛੇਦ ਅਤੇ ਅਭੇਦ ਆਦਿ ਕਥਨ ਕੀਤਾ ਹੈ। ਇਸੇ ਤਰ੍ਹਾਂ ਰਣ ਭੂਮੀ ਵਿੱਚ ਯੁੱਧ ਦੇ ਕਰਨੇ ਸਮੇਂ ਫਤਿਹ ਦੇਣ ਵਾਲਾ, ਪ੍ਰithvi ਦੇ ਪਹਾੜ ਮੇਟਣੇ ਹਾਰਾ, ਤ੍ਰਿਲੋਕੀ ਦਾ ਨਾਥ ਉਸ ਅਕਾਲ ਪੁਰਖ ਨੂੰ ਹੀ ਕਥਨ ਕੀਤਾ ਹੈ। ਫਿਰ ਸੰਪੂਰਨ ਧਨ ਸੰਪਦਾ ਦੇਣ ਵਾਲਾ, ਦੁਸ਼ਮਣਾਂ ਨੂੰ ਮਾਰਨੇ ਵਾਲਾ, ਰਣ ਵਿੱਚ ਘਾਉ ਤੇ ਰੱਖਿਆ ਕਰਨੇ ਵਾਲਾ ਆਦਿਕ ਸਮਰੱਥਾਵਾਨ ਦੱਸ ਕੇ ਓੜਕ ਨੂੰ ਇਹ ਕਥਨ ਕੀਤਾ ਹੈ ਕਿ ਉਸ ਨੂੰ ਤਿਆਗ ਕੇ ਹੋਰ ਕਿਸ ਦਾ ਆਰਾਧਨ ਕਰੀਏ। ਇਸ ਵਾਸਤੇ ਸ੍ਰੀ ਮੁਖ ਵਾਕਾਂ ਤੇ ਇਹ ਸਿੱਧ ਨਹੀਂ ਹੁੰਦਾ ਜੋ ਗੁਰੂ ਜੀ ਅਕਾਲ ਪੁਰਖ ਤੇ ਭਿੰਨ ਆਪਣੀ ਰੱਖਿਆ ਕਰਨੇ ਵਾਲਾ ਕਿਸੇ ਹੋਰ ਨੂੰ ਵੀ ਮੰਨਦੇ ਸਨ, ਔਰ ਉਸ ਦੀ ਓਟ ਨੂੰ ਤਿਆਗ ਕੇ ਕਿਸੇ ਦੂਸਰੇ ਦੀ ਸ਼ਰਨ ਅਖਤਿਆਰ ਕਰਦੇ ਸਨ। ਕਿੰਤੂ ਸੱਚੇ ਧਰਮ ਤੁਜਾ ਕਲਗੀਧਰ ਜੀ ਮਹਾਰਾਜ ਜੋ ਕੇਵਲ ਜਗਤ ਪਰ ਅਕਾਲ ਪੁਰਖ ਦੇ ਜਪਾਉਣ ਦਾ ਇਕਰਾਰ ਕਰਕੇ ਆਏ ਸਨ, ਫਿਰ ਆਪ ਕਦ ਹੋਰ ਨੂੰ ਆਰਾਧਦੇ ਸੀ। ਜੇ ਇਸ ਬਾਤ ਨੂੰ ਦੁਰਜਨ ਤੋਖ ਨਿਆਏ ਨਾਲ ਮੰਨਿਆ ਵੀ ਜਾਏ ਕਿ ਗੁਰੂ ਜੀ ਨੇ ਦੇਵੀ ਆਰਾਧੀ ਸੀ ਅਰੇ ਉਸਨੇ ਪ੍ਰਗਟ ਹੋ ਕੇ ਵਰ ਦਿੱਤਾ ਸਾ, ਤਦ ਜ਼ਰੂਰੀ ਸਾ ਜੋ ਗੁਰੂ ਜੀ ਆਪਣੇ ਮੁਖਾਰਬਿੰਦ ਤੇ ਇਸ ਤਰ੍ਹਾਂ ਦੀ ਬਾਣੀ ਉਚਾਰਨ ਕਰਦੇ ਜਿਸ ਤੇ ਸਾਬਤ ਹੁੰਦਾ ਕਿ ਦੇਵੀ ਹੀ ਸਾਰੇ ਸੁਖ ਦੀ ਦਾਤੀ ਹੈ। ਯਥਾ ਦੇਵੀ ਪ੍ਰਸਾਦ ਕਬਿਤ। ਸਿੰਘ ਪੈ ਚੜਿੰਦੀ ਹੱਥ ਖੜਗ ਉਠਿੰਦੀ, ਮੱਥੇ ਸੁਹਿੰਦੀ ਹੈ ਬਿੰਦੀ ਜਾ ਕੇ ਤਾਕੇ ਗੁਣ ਗਾਈਏ। ਓੜਨੀ ਸੁਹੰਦੀ ਸਿਰ ਮੁਕਟ ਰਖੰਦੀ, ਗਲ ਸੱਪਾਂ ਨੂੰ ਪਵੰਦੀ ਹੱਥ ਖੋਪਰੀ ਸੁਹਾਈਐ। ਅੱਗੇ ਲੰਕੜਾ ਚਲੰਦੀ ਪਿੱਛੇ ਭੈਰੋਂ ਨੂੰ ਰਖੰਦੀ, ਖੇਡ ਖੇਡ ਕੇ ਹਸੰਦੀ ਹੋਮ ਕੁੰਡੋਂ ਪ੍ਰਗਟਾਈਏ। ਛਾਣੇ ਭੇਟਾਂ ਨੂੰ ਸੁਨੰਦੀ ਔਰ ਕੜਾਹੀ ਕੋ ਖਵੰਦੀ, ਭੂਤ ਪ੍ਰੇਤ ਕੋ ਨਚੰਦੀ ਦੇਵੀ ਜਾਲਫਾ ਮਨਾਈਏ। ਜੰਡ ਚੰਡ ਪ੍ਰਚੰਡ ਬਲ ਵੰਡ ਮਾਰ ਡੰਡ ਸਮਝਾਓ, ਬਲਹਾਰੇ ਤੇਰੇ ਚਮਕੀਲੇ ਤਾਜ ਕੇ ਲੈ ਕੇ ਤਲਵਾਰ ਜਬ ਕੀਨੇ ਤੇਨੇ ਵਾਰ ਮਾਰੇ। ਰਾਖਸ਼ ਹਜ਼ਾਰ ਜੋਏ ਆਏ ਦਲ ਸਾਜ ਕੇ, ਧਰਾ ਪੈਰ ਠਾਏ ਫੇਰ ਉਠਨੇ ਨਾ ਪਾਏ। ਹਿਰਦੇ ਕੰਪ ਉਪਜਾਏ ਆਗੇ ਕਿਹਰੀ ਕੇ ਭਾਜ ਕੇ, तेग की सफाई की बढ़ाई ना बताई जाए। ऐसी ते चलाई जो करंडी कर राज की। दत्तानंद पंडित उज्जैन वाले कम कीता कैसो दास, कांसी देने कला चा दिखाई है। कालीदास गुजराती काली बखियात करी, हवन दी रीति भली भांत से सजाई है। देवी दिते पंडित दे आखे देवी पूज कीती, चेत ते नचेत दे ਨਰਾਤਿਆਂ ਨੂੰ ਪ੍ਰਗਟ ਕਰਾਈ ਹੈ। ਦੇਖੋ ਭਾਈ ਖਾਲਸਾ ਜੀ, ਸਿੰਘ ਪੈ ਸਵਾਰ ਹੋ ਕੇ ਅਸ਼ਟਭੁਜੀ ਦੇਵੀ ਸਾਡੇ ਸਾਹਮਣੇ ਸੁਹਾਈ ਹੈ। ਜਾਲਫਾ ਭਵਾਨੀ 14 ਲੋਕੋਂ ਕੀ ਰਾਨੀ, ਜੰਗ ਜੁੱਧ ਕੋ ਜਿਤਾਨੀ ਸਾਰੇ ਲੋਕ ਤੈਨੂੰ ਧਿਆਉਂਦੇ। ਤੁਰਕਾਂ ਨੂੰ ਖਪਾਂਦੀ ਇਹਨਾਂ ਬ੍ਰਾਹਮਣਾਂ ਨੇ ਆਂਦੀ, ਨਹੀਂ ਕਦੋਂ ਪ੍ਰਗਟਾਂਦੀ ਜੇ ਇਹ ਜੱਗ ਨਾ ਕਰਾਉਂਦੇ। ਖਾਲਸਾ ਸਜਾਓ ਧਰ ਮਨੇ ਵਿੱਚ ਚਾਓ, ਤੇਗ ਹੱਥ ਦੀ ਫੜਾਓ ਸਾਡੇ ਜੰਗ ਮਨ ਭਾਉਂਦੇ। ਸਾਰੇ ਸਿੰਘ ਮੋਰੇ ਹੋਣ ਸੇਵਾਦਾਰ ਤੋਰੇ, ਸਦਾ ਭਾਉਣ ਦੇਹੀ ਧੋਰੇ, ਇੱਕ ਆਵੇ ਇੱਕ ਜਾਉਂਦੇ। ਜਦੋਂ ਅਸੀਂ ਇਹ ਸੁਨਾਇਆ ਜੋ ਇਹ ਜਾਲਫਾਂ ਨੂੰ ਭਾਇਆ, ਤਦ ਮੁਖੋਂ ਫਰਮਾਇਆ ਜਾ ਪੰਥ ਤੋਰਾ ਚੱਲੇਗਾ। ਖੰਡਾ ਹੱਥ ਦਾ ਫੜਾਇਆ ਫਿਰ ਇਹੋ ਸਮਝਾਇਆ, ਜਦੋਂ ਅੰਮ੍ਰਿਤ ਛਕਾਇਆ ਤਦੋਂ ਮੂਲ ਨਹੀਂ ਹੱਲੇਗਾ। ਕਰੂ ਤੁਰਕਾਂ ਦਾ ਨਾਸ਼ ਯੁੱਧ ਜੰਗ ਦਾ ਹੁਲਾਸ, ਸਦਾ ਤੇਗ ਰੱਖੇ ਪਾਸ ਸਾਰਾ ਦੇਸ਼ ਤਦੋਂ ਮੱਲੇਗਾ। ਸੁਨੋ ਖਾਲਸਾ ਪਿਆਰੇ, ਪੂਜੋ ਚੰਡਕਾ ਨੂੰ ਸਾਰੇ, ਪੂਜੋ ਚੰਡਕਾ ਨੂੰ ਸਾਰੇ, ਬੋਲ ਉਸੇ ਦੇ ਜੈਕਾਰੇ, ਦੁੱਖ ਦਰਦ ਤਾਈਂ ਠੱਲੇਗਾ। ਭਾਵ ਜੇ ਕਦੇ ਇਹ ਗੱਲ ਸੱਚ ਹੁੰਦੀ ਤਾਂ ਇਹ ਜ਼ਰੂਰ ਸੀ ਜੋ ਗੁਰੂ ਜੀ ਮਹਾਰਾਜ ਆਪਣੇ ਦਸਮ ਗ੍ਰੰਥ ਵਿੱਚ ਜਿਸ ਤਰ੍ਹਾਂ ਚੰਡੀ ਚਰਿੱਤਰ ਬਣਾਏ ਹਨ, ਇਸੇ ਤਰ੍ਹਾਂ ਇਸ ਪ੍ਰਸੰਗ ਦਾ ਵੀ ਇਸ ਤਰ੍ਹਾਂ ਕਥਨ ਕਰਦੇ ਕਿ ਅਸੀਂ ਬ੍ਰਾਹਮਣਾਂ ਦੇ ਆਖਣੇ ਪਰ ਯੱਗ
ਅਤੇ ਹਵਨ ਕੀਤਾ, ਜਿਸ ਪਰ ਦੇਵੀ ਪ੍ਰਗਟ ਹੋਈ ਔਰ ਉਸਨੇ ਸਾਨੂੰ ਇਹ ਵਰ ਦਿੱਤਾ ਜਿਸ ਨਾਲ ਪੰਥ ਸਾਜਣ ਕਰਦੇ ਹਾਂ। ਇਸ ਤੇ ਬਿਨਾਂ ਜਿਸ ਤਰ੍ਹਾਂ ਅੰਮ੍ਰਿਤ ਦੇ ਛਕਣੇ ਸਮੇਂ ਹੋਰ ਸਿੱਖਿਆ ਦਿੱਤੀਆਂ ਜਾਂਦੀਆਂ ਹਨ ਕਿ ਤੰਬਾਕੂ, ਤੁਰਕਨੀ ਅਤੇ ਕੁੱਠਾ ਅੰਗੀਕਾਰ ਨਹੀਂ ਕਰਨਾ ਅਤੇ ਕੇਸਾਂ ਦੀ ਬੇਅਦਬੀ ਨਾ ਕਰਨੀ, ਧੀਰ ਮੱਲੀਏ, ਰਾਮ ਰਾਈਏ ਅਤੇ ਮੀਣੇ ਮਸੰਦਾਂ ਨਾਲ ਨਾ ਵਰਤਣਾ, ਐਸਾ ਜਾਂ ਇਸੇ ਤਰ੍ਹਾਂ ਦਾ ਕੋਈ ਇਹ ਵੀ ਸਿੱਖਿਆ ਹੁੰਦੀ ਜਾਂ ਇਸੇ ਤਰ੍ਹਾਂ ਦੀ ਕੋਈ ਇਹ ਵੀ ਸਿੱਖਿਆ ਹੁੰਦੀ ਕਿ ਜਿਸ ਦੇਵੀ ਦੀ ਕਿਰਪਾ ਨਾਲ ਪੰਥ ਸਾਜਿਆ ਹੈ ਉਸ ਦੀ ਕੜਾਈ ਕਰਨੀ ਅਤੇ ਉਸ ਦੇ ਦਰਸ਼ਨ ਲਈ ਨੈਣਾ ਦੇਵੀ ਜਾਂ ਜਵਾਲਾਮੁਖੀ ਪਰ ਜੋਤਾਂ ਜਗਾਉਣੀਆਂ। ਪਰੰਤੂ ਅਜਿਹਾ ਕੋਈ ਵਾਕ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਅਤੇ ਨਾ ਕਿਤੇ ਕਿਸੇ ਰਹਿਤਨਾਮੇ ਜਾਂ ਅੰਮ੍ਰਿਤ ਆਦਿਕ ਦੀ ਮਰਿਆਦਾ ਵਿੱਚ ਹੀ ਹੈ। ਇਸ ਵਾਸਤੇ ਨਿਰਾ ਗਪੌੜਾ ਬਾਬਰੋਲੇ ਵਾਂਗ ਐਵੇਂ ਹੀ ਚੱਲ ਰਿਹਾ ਹੈ। ਦੋਹਰਾ ਦਸਮ ਗੁਰੂ ਮੁਖ ਵਾਕ ਤੇ ਹੋਤ ਨ ਦੇਵੀ ਗਿਆਨ, ਸਿੱਧ ਹੋਤ ਹੈ ਮਾਨਨਾ ਈਸ਼ਵਰ ਬਿਨ ਨ ਆਨ, ਤਾਤੇ ਕਲਪਤ ਬਸਤ ਕੋ ਕਭੀ ਨਾ ਮਾਨੋ ਮੀਤ, ਨਿਰਵਿਕਾਰ ਨਿਰਲੇਪ ਕੋ ਧਾਰੋ ਆਪਣੇ ਚੀਤ। ਆਦ ਗੁਰੂ ਗ੍ਰੰਥ ਸਾਹਿਬ। ਦੋਹਰਾ ਆਗੇ ਸੁਣ ਮਨ ਲਾਏ ਕੇ ਗੁਰੂ ਗ੍ਰੰਥ ਉਪਦੇਸ਼, ਬਿਨ ਅਕਾਲ ਤੇ ਮੰਨਣਾ ਕਹਿਤ ਪਾਪ ਕੋ ਭੇਸ। ਆਦ ਗੁਰੂ ਹੀ ਰੂਪ ਦਸ ਹੋ ਕਰ ਭਇਓ ਜਹਾਨ, ਤਾਤੇ ਸਭ ਕੋ ਏਕ ਹੀ ਹੈ ਸਿਧਾਂਤ ਮਹਾਨ। ਭਾਵ ਦਸਮ ਗ੍ਰੰਥ ਵਿੱਚ ਗੁਰੂ ਮਹਾਰਾਜ ਦੇ ਸ਼੍ਰੀ ਮੁਖ ਵਾਕਾਂ ਦੁਆਰਾ ਅਕਾਲ ਪੁਰਖ ਦੇ ਬਿਨਾਂ ਕਿਸੇ ਦੇ ਵੀ ਆਰਾਧਨ ਦੀ ਆਗਿਆ ਨਹੀਂ ਪਾਈ ਜਾਂਦੀ, ਪਰੰਤੂ ਦਸਮ ਗੁਰੂ ਜੀ ਮਹਾਰਾਜ ਦੇ ਹੁਕਮ ਅਨੁਸਾਰ ਜਿਸ ਤਰ੍ਹਾਂ 9 ਗੁਰੂ ਇੱਕੋ ਰੂਪ ਅਤੇ ਜੋਤੀ ਹਨ, ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਵੀ ਉਹ ਜੋਤੀ ਹਨ। ਇਸ ਦੇ 10 ਪਾਤਸ਼ਾਹੀਆਂ ਦੇ ਸਿਧਾਂਤ ਵਿੱਚ ਕੋਈ ਭੇਦ ਨਹੀਂ ਹੈ, ਤਾਂ ਤੇ ਆਦ ਗ੍ਰੰਥ ਸਾਹਿਬ ਵਿੱਚ ਵੀ ਅਕਾਲ ਪੁਰਖ ਦੇ ਭਿੰਨ ਕਿਸੇ ਦੇਵੀ ਦੇਵਤੇ ਦੇ ਆਰਾਧਨ ਦੀ ਆਗਿਆ ਨਹੀਂ ਹੈ, ਜਿਸ ਦਾ ਮੰਨਣਾ ਖਾਲਸਾ ਦਾ ਪਰਮ ਧਰਮ ਹੈ ਔਰ ਉਸ ਪਰ ਸ਼ਰਧਾ ਨਾ ਕਰਨੀ ਹੀ ਮਨ ਮੁਕਤਾ ਹੈ। ਇਸ ਵਾਸਤੇ ਆਦ ਗ੍ਰੰਥ ਸਾਹਿਬ ਦੁਆਰੇ ਵੀ ਦੇਵੀ ਦੇਵਤਿਆਂ ਦਾ ਪੂਜਨ ਖੰਡਨ ਕੀਤਾ ਜਾਂਦਾ ਹੈ। ਦੋਹਰਾ ਮਨ ਬਚ ਕਾਇਆ ਕਰ ਸੁਨੋ ਇਹ ਸਾਚੋ ਉਪਦੇਸ਼, ਜਾ ਕੇ ਮੰਨਣ ਨਿਧ ਯਾਸ ਤੇ ਮੇਟ ਹੈ ਸਗਲ ਕਲੇਸ਼। ਭਵ ਸਾਗਰ ਕੇ ਤਰਨ ਹਿਤ ਰਚਾ ਗੁਰੂ ਗੁਰ ਗ੍ਰੰਥ, ਜਿਸ ਪਰ ਨਿਸ਼ਚਾ ਕਰਨ ਤੇ ਮੁਕਤ ਲਹਿਓ ਗੋ ਪੰਥ। ਗੌੜੀ ਲਾ ਪਹਿਲਾ। ਮਾਇਆ ਮੋਹੇ ਸਭ ਦੇਵੀ ਦੇਵਾ, ਕਾਲ ਨਾ ਛਾੜੈ ਬਿਨ ਗੁਰ ਕੀ ਸੇਵਾ। ਇਸ ਪਵਿੱਤਰ ਸ਼ਬਦ ਦਾ ਭਾਵ ਇਹ ਹੈ ਕਿ ਸਾਰੇ ਦੇਵੀ ਅਤੇ ਦੇਵਤੇ ਅਗਿਆਨ ਦੇ ਅਧੀਨ ਕੀਤੇ ਹੋਏ ਹਨ। ਇਸ ਵਾਸਤੇ ਇਹਨਾਂ ਦੇ ਆਰਾਧਨ ਕਰਨੇ ਵਾਲੇ ਪੁਰਖਾਂ ਨੂੰ ਕਾਲ ਨਹੀਂ ਛੱਡੇਗਾ, ਤਾਂ ਤੇ ਜੋ ਪੁਰਖ ਕਾਲ ਤੇ ਬਚਣਾ ਚਾਹੁੰਦਾ ਹੈ ਸੋ ਗੁਰੂ ਅਰਥਾਤ ਮਹਾਨ ਪਰਮਾਤਮਾ ਦਾ ਆਰਾਧਨ ਕਰੇ। ਗੌੜੀ ਮਹਲਾ ਪੰਜਵਾਂ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਅਰਥਾਤ ਦੇਵਤੇ ਮਨੁੱਖ ਅਤੇ ਦੇਵੀ ਸਮੇਤ ਸਭ ਪਰਮਾਤਮਾ ਤੇ ਭੁੱਲੇ ਹੋਏ ਹਨ। ਇਸੀ ਤਰ੍ਹਾਂ ਜੋ ਆਪਣੇ ਆਪ ਨੂੰ ਸਿੱਧ ਜਾਂ ਸਾਧਕ ਕਹਾਉਂਦੇ ਹਨ ਅਰ ਵੇਦਾਂ ਦੇ ਗਿਆਤਾ ਬ੍ਰਹਮਾ ਆਦਿਕ ਹਨ, ਸੋ ਸੰਪੂਰਨ ਅਗਿਆਨ ਚੱਕਰ ਦੇ ਵਿੱਚ ਆਏ ਹੋਏ ਕਈ ਪ੍ਰਕਾਰ ਦੇ ਦੁੱਖ ਸੁੱਖ ਵਿੱਚ ਭਰਮਣ ਕਰਦੇ ਹਨ। ਸੋਰਠ ਮਹਲਾ ਦੂਜਾ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ, ਪਾਹਣ ਨੀਰ ਪਖਾਲੀਐ ਭਾਈ, ਜਲ ਮੈਂ ਡੂਬੈ ਤੇ। ਇਸ ਦਾ ਭਾਵ ਇਹ ਹੈ ਕਿ ਲੋਕ ਜਿਨ੍ਹਾਂ ਦੇਵੀ ਅਤੇ ਦੇਵਤਿਆਂ ਦਾ ਆਰਾਧਨ ਜਾਂ ਪੂਜਨ ਕਰਕੇ ਵਰ ਮੰਗਦੇ ਹਨ ਸੋ ਕੁਝ ਵੀ ਨਹੀਂ ਦੇ ਸਕਦੇ, ਜਿਸ ਤੇ ਉਹਨਾਂ ਦੀ ਉਪਾਸਨਾ ਜਾਂ ਪੂਜਾ ਕਰਨੇ ਵਾਲਾ ਪੁਰਖ ਸਖਣਾ ਰਹਿ ਜਾਂਦਾ ਹੈ। ਕਿਉਂਕਿ ਜੋ ਲੋਕ ਪੱਥਰ ਆਦਿਕਾਂ ਨੂੰ ਪਰਮੇਸ਼ਰ ਜਾਣ ਕੇ ਇਸ਼ਨਾਨ ਕਰਾ ਕੇ ਸੰਸਾਰ ਸਾਗਰ ਤੇ ਤਰਨ ਦੀ ਕਾਮਨਾ ਰੱਖਦੇ ਹਨ, ਸੋ ਜੇ ਉਹ ਪੱਥਰ ਆਪ ਹੀ ਪਾਣੀ ਵਿੱਚ ਡੁੱਬ ਜਾਂਦਾ ਹੈ ਅਰਥਾਤ ਤਰ ਨਹੀਂ ਸਕਦਾ, ਫਿਰ ਉਹ ਦੂਸਰੇ ਨੂੰ ਕਿਸ ਤਰ੍ਹਾਂ ਤਾਰ ਸਕੇਗਾ।
ਇਸ ਤਰ੍ਹਾਂ ਜੋ ਦੇਵੀ ਦੇਵਤੇ ਆਪ ਹੀ ਸੰਸਾਰ ਦੇ ਮੋਹ ਚੱਕਰ ਵਿੱਚ ਪਏ ਹੋਏ ਭਰਮ ਰਹੇ ਹਨ, ਸੋ ਦੂਸਰੇ ਨੂੰ ਕਿਆ ਦੇ ਸਕਦੇ ਹਨ। ਰਾਮਕਲੀ ਮਹਲਾ ਪੰਜਵਾਂ। ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਾ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਵਰ ਪਾਰ ਬ੍ਰਹਮ ਬੇਅੰਤ। ਸ਼ੰਕਰੈ ਨਾ ਜਾਣੈ ਭੇਵ, ਖੋਜਤ ਰਹਾਰੇ ਦੇਵ, ਦੇਵੀਆਂ ਨਾ ਜਾਣੈ ਮਰਮ, ਸਭ ਉਪਰ ਅਲਾਖ ਪਾਰ ਬ੍ਰਹਮ। ਅਰਥਾਤ ਜੋ ਲੋਕ ਇਹ ਖਿਆਲ ਕਰਦੇ ਹਨ ਕਿ ਵੇਦ ਉਸ ਪਰਮੇਸ਼ਵਰ ਦਾ ਗਿਆਨ ਹੈ, ਸੋ ਬਿਲਕੁਲ ਗੱਪ ਹੈ, ਕਿਉਂਕਿ ਵੇਦ ਜੋ ਇੱਕ ਥੋੜੇ ਜਿਹੇ ਸੰਸਕ੍ਰਿਤ ਭਾਸ਼ਾ ਦੇ ਛੰਦਾਂ ਵਿੱਚ ਅਕਾਲ ਪੁਰਖ ਦੀ ਪ੍ਰਾਰਥਨਾ ਦੇ ਪੁਸਤਕ ਹਨ, ਸੋ ਉਸ ਦੀ ਮਹਾਨ ਮਹਿਮਾ ਨੂੰ ਕਦ ਜਾਣ ਸਕਦੇ ਹਨ। ਇਸੇ ਤਰ੍ਹਾਂ ਚਾਰ ਵੇਦ ਪਾਠੀ ਜੋ ਬ੍ਰਹਮਾ ਆਖਿਆ ਜਾਂਦਾ ਹੈ, ਸੋ ਵੀ ਉਸ ਪਰਮਾਤਮਾ ਦਾ ਮਰਮ ਨਹੀਂ ਪਹਿਚਾਨ ਸਕਦਾ। ਜੋ ਆਪਣੇ ਆਪ ਨੂੰ ਇਸ ਸੰਸਾਰ ਵਿੱਚ ਆ ਕੇ ਈਸ਼ਵਰ ਅੰਸ਼ ਜਾਂ ਅਵਤਾਰ ਕਹਾਉਂਦੇ ਹਨ, ਸੋ ਵੀ ਉਸ ਬੇਅੰਤ ਪਰਮਾਤਮਾ ਦਾ ਅੰਤ ਨਹੀਂ ਪਾਉਂਦੇ, ਕਿਉਂਕਿ ਉਹ ਸਭ ਤੇ ਪਰੇ ਅਤੇ ਬੇਅੰਤ ਹੈ, ਜਿਸ ਦਾ ਸ਼ਿਵ ਜੈਸੇ ਧਿਆਨ ਧਾਰੀ ਭੇਦ ਨਹੀਂ ਪਾ ਸਕਦੇ। ਅਰ ਵੇਦ ਖੋਜਦੇ ਖੋਜਦੇ ਨੇਤ ਨੇਤ ਆਖਣ ਲੱਗ ਗਏ ਹਨ। ਸੋ ਪਰਮੇਸ਼ਰ ਸਭ ਦਾ ਆਸਰਾ ਰੂਪ ਹੈ। ਇਸੀ ਤਰ੍ਹਾਂ ਜੋ ਦੇਵੀਆਂ ਕਥਨ ਕੀਤੀਆਂ ਜਾਂਦੀਆਂ ਹਨ, ਉਹ ਵੀ ਉਸ ਸਰਬ ਸ਼ਕਤੀਮਾਨ ਦਾ ਭੇਦ ਨਹੀਂ ਪਾ ਸਕਦੀਆਂ, ਕਿਉਂਕਿ ਉਹ ਜਗਦੀਸ਼ਵਰ ਸਭ ਤੇ ਵੱਡਾ ਅਰ ਅਲੱਖ ਸਵਰੂਪ ਪਾਰ ਬ੍ਰਹਮ ਹੈ। ਸੋ ਦਰ ਰਾਗ ਆਸਾ ਮਹਲਾ ਪਹਿਲਾ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਬਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ, ਗਾਵਣ ਤੁਧਨੋ ਪਵਨ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲੇਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ, ਤੇਰੇ ਸਦਾ ਸਵਾਰੇ। ਇਸ ਸ਼ਬਦ ਵਿੱਚ ਵੀ ਗੁਰੂ ਜੀ ਨੇ ਉਸ ਅਕਾਲ ਪੁਰਖ ਦੀ ਮਹਿਮਾ ਕਥਨ ਕਰਦੇ ਹੋਏ ਇਹੋ ਵਰਣਨ ਕੀਤਾ ਹੈ ਕਿ ਹੇ ਪਰਮਾਤਮਾ, ਤੇਰਾ ਉਹ ਦਰਵਾਜ਼ਾ ਤੇ ਘਰ ਕੈਸਾ ਇੱਕ ਅਦਭੁਤ ਹੈ, ਜਿਸ ਵਿੱਚ ਤੂੰ ਸਥਿਤ ਹੋਵੇ ਕਿ ਸੰਪੂਰਨ ਚਾਰ ਅਚਾਰ ਅਤੇ ਸਥਾਵਰ ਜੰਗਮ ਚਾਰ ਖਾਣੀਆਂ ਦੇ ਜੀਵਾਂ ਦੀ ਖਬਰ ਰੱਖਦਾ ਹੈ। हे ਪਰਮੇਸ਼ਰ, ਤੇਰੇ ਕੋਟਾਨ ਕੋਟ ਸ਼ਬਦ ਹੋ ਰਹੇ ਹਨ ਜੋ ਤੇਰੀ ਮਹਿਮਾ ਨੂੰ ਵਰਣਨ ਕਰਦੇ ਹਨ, ਅਰ ਕੋਟਾਨ ਕੋਟ ਉਹਨਾਂ ਸ਼ਬਦਾਂ ਦੇ ਵਜਾਉਣੇ ਵਾਲੇ ਹਨ ਜੋ ਉਹਨਾਂ ਦੁਆਰੇ ਆਪ ਦਾ ਯਸ਼ ਗਾਇਨ ਕਰਦੇ ਹਨ। हे ਪਰਮਾਤਮਾ, ਕੋਟਾਨ ਕੋਟ ਹੀ ਤੇਰੇ ਯਸ਼ ਦੇ ਗੀਤ ਪਰੀ ਅਰਥਾਤ ਸੁਲੱਖਣੀਆਂ ਇਸਤਰੀਆਂ ਗਾਇਨ ਕਰ ਰਹੀਆਂ ਹਨ, ਅਤੇ ਇਸੇ ਪ੍ਰਕਾਰ ਕਿਤਨੇ ਹੀ ਹੋਰ ਲੋਕ ਤੇਰਾ ਜਸ ਗਾ ਰਹੇ ਹਨ। ਇਹ ਪੌਣ ਜੋ ਸਾਰੇ ਜੀਵਾਂ ਦਾ ਆਧਾਰ ਹੈ, ਫਿਰ ਇਹ ਮਹਾਨ ਜਲ ਜੋ ਸਭ ਦਾ ਜੀਵਨ ਹੈ, ਇਸੇ ਤਰ੍ਹਾਂ ਜੋ ਅਗਨੀ ਸਾਰੇ ਪਦਾਰਥਾਂ ਦੀ ਜਿਉਤੀ ਹੈ, ਆਪ ਦੀ ਅਤੁੱਲ ਸ਼ਕਤੀ ਦਾ ਗਾਇਨ ਕਰ ਰਹੀ ਹੈ। ਇसी ਪ੍ਰਕਾਰ ਰਾਜਾ ਲੋਕ ਆਪਣੀ ਨਿਆਏ ਗੱਦੀ ਪਰ ਬਿਰਾਜ ਕੇ ਆਪ ਦਾ ਯਸ਼ ਦੱਸ ਰਹੇ ਹਨ। हे ਪ੍ਰਭੂ, ਆਪ ਦੀ ਸ਼ੋਭਾ ਗੁਪਤ ਅਤੇ ਪ੍ਰਗਟ ਜੀਵ ਵੀ ਵਰਣਨ ਕਰ ਰਹੇ ਹਨ, ਜਿਨ੍ਹਾਂ ਨੂੰ ਆਪਣੀ ਬੁੱਧ ਦੁਆਰੇ ਲਿਖ ਕੇ ਧਰਮ ਨਿਆਈ ਵਿਵੇਚਨਾ ਕਰਦੇ ਹੋ। इसी प्रकार शिव जैसे तपस्वी, ब्रह्मा जैसे विद्वान ਅਤੇ देवी आक ਜਾਂ ਆਦ ਸੁਸ਼ੀਲਾ ਆਪ ਦੇ ਯਸ਼ ਦਾ ਗਹਿਨ ਜਾਂ ਗਾਹਨ ਕਰ ਰਹੀਆਂ ਹਨ, ਕਿਉਂਕਿ ਇਹਨਾਂ ਵਿੱਚ ਜੋ ਸੁੰਦਰ ਗੁਣ ਹਨ ਸੋ ਇਹਨਾਂ ਦੇ ਆਪਣੇ ਨਹੀਂ ਹਨ, ਕਿੰਤੂ ਇਹ ਤੇਰੇ ਹੀ ਸੁੰਦਰ ਰੂਪ ਕਰਕੇ ਸੁਹਾਵੇ ਪ੍ਰਤੀਤ ਹੁੰਦੇ ਹਨ, ਜਿਸ ਤੇ ਇਹਨਾਂ ਦੀ ਸੁੰਦਰਤਾ ਮਾਨੋ ਆਪ ਦੀ ਸ਼ੋਭਾ ਦੀ ਸਾਖੀ ਦੇਣੇ ਵਾਲੀ ਹੈ।
ਔਰ ਇਹਨਾਂ ਵਿੱਚ ਆਪਣੀ ਕੋਈ ਸ਼ਕਤੀ ਨਹੀਂ ਹੈ। ਇਸ ਸ਼ਬਦ ਵਿੱਚ ਵੀ ਗੁਰੂ ਜੀ ਨੇ ਇਹੋ ਪ੍ਰਗਟ ਕੀਤਾ ਹੈ ਕਿ ਸ਼ਿਵ, ਬ੍ਰਹਮਾ ਅਤੇ ਦੇਵੀ ਆਦਿਕ ਜੀਵ ਉਸ ਪਰਮਾਤਮਾ ਦੇ ਦਰਵਾਜ਼ੇ ਪਰ ਭੱਟਾਂ ਦੀ ਤਰ੍ਹਾਂ ਯਸ਼ ਗਾਇਨ ਕਰਨੇ ਵਾਲੇ ਹਨ। ਅਰਥਾਤ ਇਹਨਾਂ ਵਿੱਚ ਜੋ ਗੁਣ ਹਨ ਸੋ ਪਰਮਾਤਮਾ ਦੇ ਹੀ ਯਸ਼ ਦੇ ਉਦਬੋਧਕ ਹਨ, ਨਹੀਂ ਇਹਨਾਂ ਦਾ ਸੁਤੰਤਰ ਕੋਈ ਗੁਣ ਨਹੀਂ ਹੈ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।